ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਸ਼੍ਰੀ ਤੱਲਣ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ। ਇਹ ਗੁਰਦੁਆਰਾ ਸਾਹਿਬ ਇੱਕ ਅਲੌਕਿਕ ਦਿੱਖ ਦੇ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਤੱਲਣ ਵਿੱਚ ਸਥਿਤ ਹੈ। ਆਓ ਹੁਣ ਆਪਾਂ ਤੁਹਾਨੂੰ ਬਾਬਾ ਨਿਹਾਲ ਸਿੰਘ ਜੀ ਦੇ ਉੱਚੇ ਅਤੇ ਸੁੱਚੇ ਜੀਵਨ ਬਾਰੇ ਜਾਣੂ ਕਰਵਾਉਂਦੇ ਹਾਂ। ਬਾਬਾ ਨਿਹਾਲ ਸਿੰਘ ਜੀ ਦਾ ਜਨਮ 1803 ਈਸਵੀ ਨੂੰ ਪਿੰਡ ਦਕੋਹਾ ਜ਼ਿਲ੍ਹਾ ਜਲੰਧਰ ਵਿੱਚ ਤਰਖਾਣ ਰਾਮਗੜੀਆ ਪਰਿਵਾਰ ਦੇ ਘਰ ਮੁੱਦੜ ਗੋਤ ਵਿੱਚ ਹੋਇਆ। ਆਪ ਜੀ ਦੇ ਪਿਤਾ ਗੈਲ ਸਿੰਘ ਜੀ ਸ਼੍ਰੇਸ਼ਟ ਆਚਰਣ, ਉੱਚ ਵਿਚਾਰਾਂ ਦੇ ਮਾਲਿਕ ਤੇ ਸੱਚੀ ਤਰਖਾਣ ਕਿਰਤ ਕਮਾਈ ਕਰਦੇ ਸਨ। ਬਾਬਾ ਨਿਹਾਲ ਸਿੰਘ ਜੀ 3 ਭਰਾ ਸਨ ਤੇ ਆਪ ਜੀ ਸਭ ਤੋਂ ਛੋਟੇ ਸੀ। ਬਾਬਾ ਜੀ ਛੋਟੇ ਹੁੰਦੇ ਤੋਂ ਹੀ ਬਹੁਤ ਹੀ ਸਹਿ ਸੁਭਾਅ ਵਾਲੇ ਸਨ। ਆਪ ਜੀ ਆਪਣੇ ਪਿਤਾ ਜੀ ਦਾ ਬਚਪਨ ਤੋਂ ਹੀ ਤਰਖਾਣ ਦੇ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਜਲਦੀ ਹੀ ਇਸ ਕੰਮ ਵਿੱਚ ਮਾਹਰ ਹੋ ਗਏ। ਆਪ ਬਚਪਨ ਤੋਂ ਹੀ ਦੁਨਿਆਵੀ ਪਦਾਰਥਾਂ ਤੋਂ ਦੂਰ ਰਹਿੰਦੇ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਚੁੱਪਚਾਪ ਇਕਾਂਤ ਵਿੱਚ ਰਹਿੰਦਾ ਦੇਖ ਮਾਤਾ ਪਿਤਾ ਨੇ ਆਪ ਜੀ ਦਾ ਵਿਆਹ ਕਰਨ ਬਾਰੇ ਸੋਚਿਆ, ਪਰ ਆਪ ਜੀ ਦੇ ਵਿਆਹ ਦੇ ਹੱਕ ਵਿੱਚ ਨਹੀਂ ਸੀ। ਪਰਿਵਾਰ ਦੇ ਵਿਆਹ ਦੇ ਜ਼ੋਰ ਕਰਕੇ ਆਪ ਜੀ ਸਾਰੇ ਮੋਹ ਮਮਤਾ ਦੇ ਬੰਧਨ ਤਿਆਗ ਕੇ ਹਰਿਮੰਦਰ ਸਾਹਿਬ ਸੇਵਾ ਕਰਨ ਚਲੇ ਗਏ ਤੇ ਸਾਰਾ ਦਿਨ ਆਪ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲੱਗੇ। ਫਿਰ ਉਹਨਾਂ ਦੀ ਭੇਟ ਨਾਗਾ ਸਾਧੂਆਂ ਨਾਲ ਹੋਈ ਤੇ ਉਹ ਉਹਨਾਂ ਦੀ ਸ਼ਰਨ ਪੈ ਗਏ। ਨਾਗਾ ਸਾਧੂ ਵੀ ਉਹਨਾਂ ਦੀ ਰਮਜ ਸਮਝ ਗਏ ਤੇ ਉਹਨਾਂ ਨੇ ਆਪਣੀ ਸ਼ਰਨ ਵਿੱਚ ਲੈ ਲਿਆ। ਪਰ ਮਾਤਾ ਜੀ ਦਾ ਵਿਰਲਾਪ ਦੇਖ ਕੇ ਨਾਗਾ ਸਾਧੂਆਂ ਨੇ ਆਪ ਜੀ ਨੂੰ ਘਰ ਜਾਣ ਦੀ ਅਨੁਮਤੀ ਦੇ ਦਿੱਤੀ, ਪਰ ਘਰ ਆ ਕੇ ਵੀ ਉਹਨਾਂ ਦਾ ਧਿਆਨ ਉੱਥੇ ਹੀ ਸੀ। ਪਰਿਵਾਰ ਨੇ ਵਿਆਹ ਤੇ ਜ਼ੋਰ ਦਿੱਤਾ ਪਰ ਉਹਨਾਂ ਦਾ ਜਵਾਬ ਨਾ ਵਿੱਚ ਹੀ ਸੀ। ਬਾਅਦ ਵਿੱਚ ਵੀ ਉਹ ਕਈ ਵਾਰ ਉੱਥੇ ਦੁਬਾਰਾ ਵਾਪਸ ਚਲੇ ਜਾਂਦੇ ਅਤੇ ਬਹੁਤ ਅਰਸਾ ਉੱਥੇ ਰੁਕ ਕੇ ਵਾਪਸ ਆਉਂਦੇ। ਆਪ ਜੀ ਹਮੇਸ਼ਾ ਅੰਤਰਮੁਖੀ ਨਾਮ ਸਿਮਰਨ, ਦੁਨਿਆਵੀ ਸੇਵਾ ਅਤੇ ਸਤਸੰਗਤ ਕਰਨ ਵਿੱਚ ਲੱਗੇ ਰਹਿੰਦੇ। ਗਰੀਬਾਂ ਨੂੰ ਲੰਗਰ ਛਕਾਉਣਾ, ਦੁਖੀ ਮਜਲੂਮਾਂ ਦੀ ਮਦਦ ਕਰਨੀ ਤੇ ਸੰਤਾਂ ਸਾਧੂਆਂ ਦੀ ਸੇਵਾ ਕਰਨੀ ਆਪ ਜੀ ਦਾ ਕਰਮ ਧਰਮ ਤੇ ਇਕਲਾਕੀ ਫਰਜ਼ ਬਣ ਗਿਆ ਸੀ। ਆਪ ਜੀ ਉਪਦੇਸ਼ ਕਰਦੇ ਨੇ ਕਿ ਮਾਨਵ ਸਰੀਰ ਰੱਬ ਦਾ ਘਰ ਹੈ, ਜਿਸ ਨੂੰ ਪ੍ਰਭੂ ਭਗਤੀ ਅਤੇ ਚੰਗੇ ਕਰਮਾਂ ਲਈ ਵਰਤਣਾ ਚਾਹੀਦਾ ਹੈ ਤੇ ਆਪਣੇ ਸਰੀਰ ਨੂੰ ਸਾਫ਼ ਸੁਥਰਾ ਤੇ ਵਿਕਾਰਾਂ ਤੋਂ ਰਹਿਤ ਰੱਖਣਾ ਚਾਹੀਦਾ ਹੈ। ਆਪ ਜੀ ਨੇ ਕਰਮ ਕਾਂਡਾਂ ਅਤੇ ਵਹਿਮ ਭਰਮਾਂ ਦਾ ਵੀ ਖੰਡਨ ਕੀਤਾ ਤੇ ਕਿਹਾ, ਅਨਪੜ੍ਹ ਅਤੇ ਅਗਿਆਨੀ ਲੋਕਾਂ ਨੂੰ ਹੀ ਭੂਤ ਪ੍ਰੇਤ ਚਿੰਬੜਦੇ ਨੇ, ਬੁੱਧੀ ਜੀਵਾਂ ਨੂੰ ਤੇ ਸੂਝਵਾਨਾਂ ਨੂੰ ਨਹੀਂ। ਆਪ ਜੀ ਜਾਤ ਪਾਤ ਅਤੇ ਊਚ ਨੀਚ ਦੇ ਕੱਟੜ ਵਿਰੋਧੀ ਸਨ। ਆਪ ਜੀ ਦਾ ਵਿਸ਼ਵਾਸ ਸੀ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅੰਤਿਮ ਸਮਾਂ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਆਪ ਜੀ ਨੇ ਆਪਣੀ ਮਾਤਾ ਜੀ ਨੂੰ ਦੱਸਤਾ ਸੀ ਕਿ ਅਸੀਂ ਪਰਮ ਧਾਮ ਚਲੇ ਜਾਣਾ ਹੈ, ਪਰ ਉਹਨਾਂ ਦੀ ਗੱਲ ਮਾਤਾ ਜੀ ਨੇ ਹਾਸੇ 'ਚ ਟਾਲ ਦਿੱਤੀ। ਬਚਪਨ ਤੋਂ ਹੀ ਤਰਖਾਣ ਦੇ ਕੰਮ ਦੇ ਉੱਚ ਕਾਰੀਗਰ ਹੋਣ ਕਰਕੇ ਆਪ ਜੀ ਨੂੰ ਸਭ ਖੂਹ ਦੇ ਕੰਮ ਵਿੱਚ ਮਦਦ ਲਈ ਬੁਲਾਉਂਦੇ ਰਹਿੰਦੇ ਸਨ। ਹੁਣ ਵੀ ਸ਼ਹੀਦਾਂ ਦੀ ਜਗ੍ਹਾ ਦੇ ਪਾਸ ਆਪ ਜੀ ਦੇ ਹੱਥੀਂ ਤਿਆਰ ਕੀਤਾ ਖੂਹ ਮੌਜੂਦ ਹੈ। ਇੱਕ ਦਿਨ ਦਮੋਦਰਪੁਰ ਦੇ ਜ਼ਿਮੀਂਦਾਰ ਖੂਹ ਲਗਵਾ ਰਹੇ ਸੀ, ਪਰ ਕਈ ਹੀਲੇ ਵਸੀਲੇ ਕਰਕੇ ਵੀ ਗੰਢ ਖੂਹ ਵਿੱਚ ਨਹੀਂ ਸੀ ਉਤਰ ਰਿਹਾ। ਫਿਰ ਬਾਬਾ ਜੀ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਕੁਝ ਸਮੇਂ ਬਾਅਦ ਹੀ ਨੁਕਸ ਲੱਭ ਲਿਆ ਅਤੇ ਗੰਢ ਸਹੀ ਤਰ੍ਹਾਂ ਬੈਠ ਗਿਆ। ਫਿਰ ਬਾਬਾ ਜੀ ਅਤੇ ਬਾਕੀ ਸਭ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ ਤੇ ਖੂਹ ਚਾਲੂ ਹੋ ਗਿਆ। ਸਭ ਬਹੁਤ ਖੁਸ਼ ਹੋਏ। ਗੁੜ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਫਿਰ ਬਾਬਾ ਜੀ ਨੇ ਸਭ ਨੂੰ ਨਜ਼ਦੀਕ ਬੁਲਾਇਆ ਅਤੇ ਕਿਹਾ, ਅਸੀਂ ਜਿੱਥੋਂ ਆਏ ਹਾਂ ਉੱਥੇ ਵਾਪਸ ਚਲੇ ਜਾਣਾ ਹੈ। ਕਿਸੇ ਨੇ ਰੋਣਾ ਨਹੀਂ ਤੇ ਮੇਰਾ ਅੰਤਮ ਸੰਸਕਾਰ ਪਿੰਡ ਤੱਲਣ ਦੇ ਪੂਰਬ ਵੱਲ ਦਮੋਦਰਪੁਰ ਤੋਂ ਅੱਧਾ ਕਿਲੋਮੀਟਰ ਦੂਰ ਕੀਤਾ ਜਾਵੇ, ਜਿੱਥੇ ਕਿ ਅੱਜ ਸ਼ਹੀਦਾਂ ਦੀ ਜਗ੍ਹਾ ਮੌਜੂਦ ਹੈ। ਤੇ ਸੌਣ ਮਹੀਨੇ 1888 ਈਸਵੀ ਨੂੰ ਬਾਬਾ ਜੀ 85 ਸਾਲ ਦੀ ਉਮਰ ਭੋਗ ਕੇ ਸਾਨੂੰ ਸਭ ਨੂੰ ਸਦੇਵੀ ਵਿਛੋੜਾ ਦੇ ਗਏ ਤੇ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਕਹੇ ਮੁਤਾਬਕ ਕੀਤਾ ਗਿਆ। ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਬਿਰਧ ਮਾਤਾ ਜੀ ਹਰ ਐਤਵਾਰ ਨੂੰ ਪਿੰਡ ਦਕੋਹੇ ਤੋਂ ਪੈਦਲ ਚੱਲ ਕੇ 4 ਇੱਟਾਂ ਦੀ 4 ਦੀਵਾਰੀ ਕਰਕੇ ਉਸ ਦੇ ਅੰਦਰ ਚਿਰਾਗ ਜਗਾਇਆ ਕਰਦੇ ਸੀ। ਕਰਾਮਾਤੀ ਗੱਲ ਇਹ ਸੀ ਕਿ ਹਨੇਰੀ ਝੱਖੜ ਤੋਂ ਬਾਅਦ ਵੀ ਦੀਵੇ ਦੀ ਲੋ ਬੁਝਣ ਜਾਂ ਮੱਧਮ ਹੋਣ ਦੀ ਬਜਾਏ ਹੋਰ ਤੇਜ਼ ਹੋ ਉੱਠਦੀ ਸੀ। ਪਿੰਡ ਵਾਲੇ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਮਨ ਵਿੱਚ ਸ਼ਰਧਾ ਜਾਗ ਪਈ ਤੇ ਉਹ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲੱਗ ਪਏ। ਇੱਕ ਵਾਰ ਪ੍ਰੀਤਮ ਕੌਰ ਨਾਂ ਦੀ ਔਰਤ ਪਿੰਡ ਭਰੌਲੀ ਜ਼ਿਲ੍ਹਾ ਜਲੰਧਰ ਤੋਂ ਮੱਥਾ ਟੇਕਣ ਆਏ। ਉਹਨਾਂ ਦੀ ਨਿਰਦੋਸ਼ ਭਰਾ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਸੀ। ਉਸ ਬਿਰਧ ਭੋਲੀ ਭਾਲੀ ਲਾਚਾਰ ਔਰਤ ਨੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹਨਾਂ ਦੇ ਨਿਰਦੋਸ਼ ਭਰਾ 'ਤੇ ਕਿਰਪਾ ਕਰੋ ਤੇ ਉਸਨੇ 5 ਸਿੰਘਾਂ ਨੂੰ ਰੋਟੀ ਖਵਾਉਣ ਅਤੇ ਬਾਬਾ ਜੀ ਦੀ ਸਮਾਧ ਬਣਾਉਣ ਬਾਰੇ ਸੁਖਣਾ ਸੁਖੀ।
ਕੁਝ ਸਮਾਂ ਪਾ ਕੇ ਉਸ ਔਰਤ ਦੀ ਮੁਰਾਦ ਪੂਰੀ ਹੋ ਗਈ। ਬਿਰਧ ਹੋਣ ਕਰਕੇ ਉਹਨਾਂ ਨੂੰ ਸੁੱਖੀ ਹੋਈ ਸੁਖਣਾ ਭੁੱਲ ਗਈ। ਇੱਕ ਦਿਨ ਉਸ ਔਰਤ ਦੇ ਪਤੀ ਸਾਧੂ ਸਿੰਘ ਜੀ ਖੇਤ 'ਚ ਸੁੱਤੇ ਪਏ ਨੂੰ ਸੁਪਨੇ ਵਿੱਚ ਬਾਬਾ ਜੀ ਨੇ ਸੁਖਣਾ ਯਾਦ ਕਰਵਾਈ ਤੇ ਸਮਾਧ ਦੇ ਚਾਰੇ ਪਾਸੇ 5-5 ਕਦਮ ਛੱਡ ਕੇ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ। ਫਿਰ ਦੋਵੇਂ ਪਤੀ ਪਤਨੀ ਨੇ ਬਾਬਾ ਜੀ ਤੋਂ ਮਾफ़ੀ ਮੰਗੀ ਅਤੇ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਸਮਾਧ ਦੇ ਆਲੇ ਦੁਆਲੇ 5-5 ਕਦਮਾਂ ਤੇ ਨਿਸ਼ਾਨਦੇਹੀ ਕੀਤੀ। ਪਰ ਜ਼ਮੀਨ ਦੇ ਮਾਲਕ ਨੇ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ। ਪਰ ਕਿਸੇ ਘਟਨਾ ਕਰਕੇ ਜ਼ਮੀਨ ਦੇ ਮਾਲਕ ਸਾਹਿਬ ਸਿੰਘ ਤੇ ਵਜ਼ੀਰ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਸਮਾਧ ਵਾਲੀ ਜਗ੍ਹਾ ਦੀ 5-5 ਕਦਮ ਜਗ੍ਹਾ ਛੱਡ ਦਿੱਤੀ। ਹੌਲੀ ਹੌਲੀ ਇਸ ਜਗ੍ਹਾ ਦੀ ਪ੍ਰਸਿੱਧਤਾ ਵੱਧਦੀ ਗਈ ਅਤੇ ਇਹ ਜਗ੍ਹਾ ਸ਼ਹੀਦਾਂ ਦੀ ਜਗ੍ਹਾ ਦੇ ਨਾਮ ਨਾਲ ਪ੍ਰਸਿੱਧ ਹੋ ਗਈ। ਇੱਕ ਵਾਰ ਬਾਬਾ ਜੀ ਦੀ ਸਮਾਧ ਤੇ ਐਸਾ ਕੌਤਕ ਹੋਇਆ ਤੇ ਉਹਨਾਂ ਦੀ ਪ੍ਰਭੂ ਭਗਤੀ ਤੇ ਹਸਤੀ ਬੋਲ ਪਈ। ਤੱਲਣ ਨਿਵਾਸੀ ਸਰਦਾਰ ਗੁਲਾਬ ਸਿੰਘ ਜੀ ਦੇ ਪੁੱਤਰ ਅੰਤਰ ਸਿੰਘ ਅਤੇ ਵਤਨ ਸਿੰਘ ਜੀ ਨੇ ਗੱਡਾ ਬਾਬਾ ਜੀ ਦੀ ਸਮਾਧ ਦੇ ਉੱਪਰ ਖੜਾ ਕਰਕੇ ਲੱਦ ਦਿੱਤਾ। ਜਦੋਂ ਗੱਡਾ ਤੋਰਨ ਲੱਗੇ ਤਾਂ ਬਲਦ ਗੱਡਾ ਖਿੱਚਣ ਤੋਂ ਅਸਮਰਥ ਹੋ ਗਏ। ਫਿਰ ਉਹਨਾਂ ਨੇ 2 ਬਲਦ ਹੋਰ ਨਾਲ ਜੋੜੇ ਪਰ 4 ਬਲਦਾਂ ਤੋਂ ਵੀ ਗੱਡਾ ਸੂਈ ਜਿੰਨਾ ਵੀ ਨਹੀਂ ਹਿੱਲਿਆ। ਫਿਰ ਉਹਨਾਂ ਨੇ ਗੱਡਾ ਖਾਲੀ ਕਰਕੇ ਸਮਾਧ ਤੋਂ ਪਾਸੇ ਕਰਕੇ ਗੱਡਾ ਲੱਦਿਆ ਤੇ 2 ਬਲਦਾਂ ਨਾਲ ਹੀ ਗੱਡਾ ਖਿੱਚ ਕੇ ਲੈ ਗਏ। ਅੰਤ ਉਹਨਾਂ ਦੋਨਾਂ ਭਰਾਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਬਾਬਾ ਜੀ ਦੇ ਪੱਕੇ ਭਗਤ ਬਣ ਗਏ ਅਤੇ ਉਹਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਲੱਗੇ। ਆਓ ਹੁਣ ਆਪਾਂ ਤੁਹਾਨੂੰ ਬਾਬਾ ਨਿਹਾਲ ਸਿੰਘ ਜੀ ਦੇ ਪੂਰਨ ਸੇਵਾਦਾਰ ਸੰਤ ਹਰਨਾਮ ਸਿੰਘ ਜੀ ਬਾਰੇ ਜਾਣਕਾਰੀ ਦਿੰਦੇ ਹਾਂ। ਸੰਤ ਹਰਨਾਮ ਸਿੰਘ ਜੀ ਦਾ ਜਨਮ ਪਿੰਡ ਦਕੋਹਾ ਜ਼ਿਲ੍ਹਾ ਜਲੰਧਰ ਵਿੱਚ 1827 ਨੂੰ ਰਾਮਗੜੀਆ ਪਰਿਵਾਰ ਦੇ ਮੁਸੰਦਾ ਸਿੰਘ ਜੀ ਦੇ ਘਰ ਹੋਇਆ। ਭਾਈ ਸਾਹਿਬ ਹਮੇਸ਼ਾ ਘੁੰਮਦੇ ਫਿਰਦੇ ਸਾਧੂਆਂ ਦੀ ਸੇਵਾ ਸੰਗਤ ਕਰਦੇ ਅਤੇ ਪ੍ਰਭੂ ਪਿਆਰ ਦੀਆਂ ਗੱਲਾਂ ਸੁਣਦੇ ਸੀ। ਆਪ ਜੀ ਸਦਾ ਹੀ ਪਰਮਾਤਮਾ ਦੇ ਸਿਮਰਨ ਕਰਦੇ ਤੇ ਕਈ ਵਾਰ ਪਿੰਡ ਛੱਡ ਕੇ ਕਈ ਮਹੀਨੇ ਸੰਤਾਂ ਦੀ ਸੇਵਾ ਵਿੱਚ ਬਿਤਾ ਦਿੰਦੇ ਸੀ। ਛੋਟੀ ਉਮਰ ਵਿੱਚ ਹੀ ਆਪ ਪਿੰਡ ਦਕੋਹਾ ਛੱਡ ਕੇ ਰਾਏਪੁਰ ਫਰੋਲਾ ਜ਼ਿਲ੍ਹਾ ਕਪੂਰਥਲਾ ਜਾ ਵਸੇ। ਸਮਾਂ ਬੀਤਣ ਤੇ ਪਿੰਡ ਵਾਲਿਆਂ ਨੇ ਉਹਨਾਂ ਦੀ ਭਗਤੀ, ਸ਼ਾਂਤ ਸੁਭਾਅ ਤੇ ਉੱਚ ਆਚਰਣ ਦੇਖ ਕੇ ਉਹਨਾਂ ਨੂੰ 3 ਕਿੱਲੇ ਜ਼ਮੀਨ ਦਾਨ ਦੇ ਦਿੱਤੀ। ਇਹਨਾਂ ਨੇ ਪਿੰਡ ਰਾਏਪੁਰ ਦੇ ਉੱਤਰ ਵੱਲ 2 ਬੋਰਡ ਵੀ ਲਗਵਾਏ। ਲਗਭਗ 60 ਸਾਲ ਦੀ ਉਮਰ ਵਿੱਚ ਇਹਨਾਂ ਨੇ ਰਾਏਪੁਰ ਫਰੋਲਾ ਛੱਡ ਕੇ ਤੱਲਣ ਸਾਹਿਬ ਆਸਣ ਲਾ ਲਏ। ਪਿੰਡ ਵਾਲਿਆਂ ਨੇ ਇਹਨਾਂ ਦੇ ਆਉਣ ਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ। ਰਾਏਪੁਰ ਫਰਾਲਾ ਛੱਡਣ ਸਮੇਂ ਉਹ 3 ਕਿੱਲੇ ਜ਼ਮੀਨ ਪਿੰਡ ਵਾਲਿਆਂ ਨੂੰ ਵਾਪਸ ਕਰ ਆਏ ਤੇ ਇਸ ਨੂੰ ਭਲਾਈ ਦੇ ਕੰਮਾਂ ਲਈ ਵਰਤਣ ਲਈ ਕਿਹਾ। ਮਰਜ਼ੀ ਦੇ ਮਾਲਕ ਭਾਈ ਸਾਹਿਬ ਨੇ ਤੱਲਣ ਆਉਂਦਿਆਂ ਸਾਰ ਪਿੰਡ ਦੀ ਕਾਇਆ ਪਲਟ ਦਿੱਤੀ। ਤੜਕੇ ਉੱਠ ਕੇ ਪਾਠ ਕਰਕੇ ਅਤੇ ਸੰਗਤ ਨੂੰ ਪ੍ਰਵਚਨ ਕਰਕੇ ਰੋੜਿਆਂ ਦਾ ਪ੍ਰਸ਼ਾਦ ਭਾਵ ਗੁੜ ਅਤੇ ਭੁੰਨੀ ਹੋਈ ਕਣਕ ਦੇ ਲੱਡੂ ਵੰਡਦੇ ਸਨ। ਇੱਕ ਦਿਨ ਸੰਤ ਹਰਨਾਮ ਸਿੰਘ ਜੀ ਨੂੰ ਬਾਬਾ ਨਿਹਾਲ ਸਿੰਘ ਜੀ ਦੇ ਦਰਸ਼ਨ ਹੋਏ। ਵੇਖਦੇ ਸਾਰ ਹੀ ਉਹਨਾਂ ਨੂੰ ਅਲੌਕਿਕ ਆਨੰਦ ਮਹਿਸੂਸ ਹੋਇਆ। ਮਨ ਨੂੰ ਸ਼ਾਂਤੀ ਮਿਲੀ ਤੇ ਬਾਬਾ ਜੀ ਦੇ ਚਰਨੀ ਟਹਿ ਪਏ ਤੇ ਬਾਬਾ ਜੀ ਨੇ ਰੱਬੀ ਜੋਤ ਨਾਲ ਜੋਤ ਜਗਾ ਦਿੱਤੀ ਤੇ ਕਿਹਾ, ਹਰਨਾਮਿਆ ਥੱਲੇ ਕੀ ਦੇਖਦਾ ਹੈ, ਉੱਪਰ ਦੇਖ। ਭਾਈ ਸਾਹਿਬ ਸਾਰੇ ਪਾਸੇ ਪ੍ਰਕਾਸ਼ ਦੇਖ ਕੇ ਦੰਗ ਰਹਿ ਗਏ ਤੇ ਭਾਈ ਹਰਨਾਮ ਸਿੰਘ ਜੀ ਬਾਬਾ ਜੀ ਨੂੰ ਆਤਮ ਸਮਰਪਣ ਕਰਕੇ ਉਹਨਾਂ ਦੇ ਸੱਚੇ ਸਾਧਕ ਬਣ ਗਏ। ਹੁਣ ਭਾਈ ਸਾਹਿਬ ਸੰਗਤ ਦੀ ਖਿਦਮਤ ਆਏ ਗਏ ਸਾਧੂ ਸੰਤਾਂ ਨਾਲ ਵਿਚਾਰ ਵਟਾਂਦਰੇ ਤੇ ਹਰ ਐਤਵਾਰ ਕੀਰਤਨ ਕਰਨਾ ਅਤੇ ਰੱਬੀ ਨੂਰ ਵਿੱਚ ਸਦਾ ਹੀ ਮਸਤ ਰਹਿਣ ਲੱਗੇ। ਸੰਤ ਹਰਨਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਬਾਬਾ ਜੀ ਦੀ ਸਮਾਧ ਬਣਵਾਈ। ਹੌਲੀ ਹੌਲੀ ਕੋਠੜੀ ਤੋਂ ਕੋਠੜੀਆਂ ਬਣ ਗਈਆਂ। ਇੱਥੇ ਆਪ ਭਗਤੀ ਕਰਦੇ ਸਨ। ਇਸੇ ਕੋਠੜੀ ਦੇ ਪੱਛਮ ਵੱਲ ਆਪ ਜੀ ਨੇ ਬੇਰੀ ਲਗਵਾਈ ਜੋ ਅੱਜ ਵੀ ਮੌਜੂਦ ਹੈ। ਫਿਰ ਸੰਤ ਜੀ ਨੇ ਬੇਰੀ ਦੇ ਦੱਖਣ ਵੱਲ ਖੂਹੀ ਲਗਵਾਈ ਜਿਸ ਦਾ ਅੰਮ੍ਰਿਤ ਜਲ ਅੱਜ ਵੀ ਸੰਗਤ ਛਕ ਰਹੀ ਹੈ। ਫਿਰ ਸ਼ਹੀਦਾਂ ਦੀ ਜਗ੍ਹਾ ਤੇ ਨਿਤਨੇਮ ਹੋਣ ਲੱਗੇ। ਸੰਤ ਜੀ ਹਰੇਕ ਦਾ ਮਿਠਾਸ ਸ਼ਬਦਾਂ ਨਾਲ ਸਤਿਕਾਰ ਕਰਦੇ, ਸਹਿਜ ਅਤੇ ਸਬਰ ਨਾਲ ਵਿਚਾਰ ਵਟਾਂਦਰਾ ਕਰਦੇ ਸਨ। ਸਕੂਲ ਛੁੱਟੀ ਤੋਂ ਬਾਅਦ ਬੱਚੇ ਸਮਾਧ ਤੇ ਆ ਜਾਂਦੇ। ਸੰਤ ਜੀ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ। ਪਾਠ ਕਰਨਾ, ਧਾਰਮਿਕ ਨਿਯਮਾਂ ਤੇ ਚੱਲਣਾ, ਉੱਚ ਆਚਰਣ ਰੱਖਣਾ ਅਤੇ ਸਕੂਲ ਵਿੱਦਿਆ ਬਾਰੇ ਵੀ ਪੜ੍ਹਾਉਂਦੇ ਸਨ। ਬਾਬਾ ਜੀ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ 'ਚ ਅੱਗੇ ਰਹਿੰਦੇ ਸਨ। ਭਾਈ ਸਾਹਿਬ ਨੇ ਪਿੰਡ ਰਾਏਪੁਰ ਫਰੋਲਾ ਅਤੇ ਜਲੰਧਰ ਤੋਂ ਕਪੂਰਥਲਾ ਰੋਡ ਤੇ ਪਿਆਸੇ ਯਾਤਰੀਆਂ ਲਈ ਖੂਹੀਆਂ ਵੀ ਲਗਵਾਈਆਂ ਤੇ ਬਹੁਤ ਸਾਰੀਆਂ ਗਰੀਬ ਬੱਚੀਆਂ ਦੇ ਵਿਆਹ ਵੀ ਬਾਬਾ ਜੀ ਨੇ ਆਪ ਦੇ ਹੱਥੀਂ ਕੀਤੇ। ਉਹਨਾਂ ਨੇ ਪਿੰਡ ਤੱਲਣ ਵਿੱਚ ਸਭ ਤੋਂ ਪਹਿਲੇ ਗੁਰਦੁਆਰੇ ਦੀ ਉਸਾਰੀ ਕਰਵਾਈ ਜੋ ਅੱਜ ਵੀ ਪਿੰਡ ਦੇ ਵਿਚਾਲੇ ਮੌਜੂਦ ਹੈ। ਪਿੰਡ ਵਾਲਿਆਂ ਦੇ ਕਹਿਣ ਅਨੁਸਾਰ ਇਸ ਗੁਰਦੁਆਰਾ ਸਾਹਿਬ ਨੂੰ ਮਾਘ ਮਹੀਨੇ 2013 ਵਿੱਚ ਤੋੜ ਕੇ ਦੁਬਾਰਾ ਬਣਾਇਆ ਗਿਆ ਸੀ। ਤੋੜਨ ਦੌਰਾਨ ਉਹਨਾਂ ਨੂੰ ਇੱਕ ਬਾਬਾ ਹਰਨਾਮ ਸਿੰਘ ਜੀ ਦਾ ਤਿਆਰ ਕਰਵਾਇਆ ਹੋਇਆ ਨੀਂਹ ਪੱਥਰ ਵੀ ਮਿਲਿਆ ਜੋ ਕਿ ਗੁਰਮੁਖੀ ਅਤੇ ਉਰਦੂ ਵਿੱਚ ਲਿਖਿਆ ਗਿਆ ਹੈ, ਜਿਸ ਅਨੁਸਾਰ ਇਹ ਪਤਾ ਚੱਲਦਾ ਹੈ ਕਿ ਪਹਿਲਾਂ ਵੀ ਸੰਤ ਜੀ ਨੇ 1913 ਮਾਘ ਮਹੀਨੇ ਵਿੱਚ 4000 ਰੁਪਏ ਲਗਾ ਕੇ ਇਸ ਗੁਰਦੁਆਰੇ ਨੂੰ ਬਣਵਾਇਆ ਸੀ।
ਇਹ ਨੀਂਹ ਪੱਥਰ ਅਤੇ ਗੁਰਦੁਆਰੇ ਦੀ ਤਰੀਕ ਬਾਰੇ ਪਿੰਡ ਵਾਲਿਆਂ ਨੂੰ ਗੁਰਦੁਆਰੇ ਦੀ ਦੁਬਾਰਾ ਉਸਾਰੀ ਤੋਂ ਬਾਅਦ ਪਤਾ ਚੱਲਿਆ ਕਿ ਪੂਰੇ 100 ਸਾਲ ਬਾਅਦ ਇਸ ਗੁਰਦੁਆਰੇ ਦੀ ਉਸਾਰੀ ਦੁਬਾਰਾ ਹੋਈ ਹੈ। ਇਹ ਨੀਂਹ ਪੱਥਰ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ। ਸੰਤ ਜੀ ਨੇ ਹੋਰ ਵੀ ਗੁਰਦੁਆਰੇ ਜਿਵੇਂ ਜਲੰਧਰ ਕੈਂਟ ਗੁਰਦੁਆਰਾ, ਸਲੇਮਪੁਰ, ਕੁੱਕੜ ਪਿੰਡ ਗਾਖਲਾਂ ਦੇ ਗੁਰਦੁਆਰਿਆਂ ਦੇ ਨੀਂਹ ਪੱਥਰ ਵੀ ਰਖਵਾਏ। ਆਪ ਜੀ ਨੇ ਸ਼ਹੀਦਾਂ ਦੀ ਜਗ੍ਹਾ ਤੇ ਪਿੱਪਲ ਵੀ ਲਗਵਾਏ ਜੋ ਅੱਜ ਵੀ ਮੌਜੂਦ ਨੇ। ਇਸ ਤੋਂ ਇਲਾਵਾ ਆਪ ਨੇ ਕੁੱਕੜ ਪਿੰਡ ਤੇ ਪਿੰਡ ਗਾਖਲਾਂ ਤੇ ਹੋਰ ਕਈ ਪਿੰਡਾਂ 'ਚ ਠੰਡੀ ਛਾਂ ਲਈ ਰੁੱਖ ਵੀ ਲਗਵਾਏ। ਨਾਮ ਜਪਣਾ ਤੇ ਵੰਡ ਛਕਣਾ ਅਤੇ ਆਪਣੀ ਕਮਾਈ ਦਾ ਕੁਝ ਹਿੱਸਾ ਸ਼ਰਧਾ ਮੁਤਾਬਕ ਦਾਨ ਕਰਨਾ ਸੰਤ ਜੀ ਦੇ ਮੂਲ ਸਿਧਾਂਤਾਂ ਵਿੱਚੋਂ ਇੱਕ ਸੀ। ਬਾਬਾ ਜੀ ਮੁਤਾਬਕ ਗੁਲਾਮੀ ਕਰਨਾ ਪਾਪ ਹੈ ਅਤੇ ਉਹਨਾਂ ਨੇ ਪਖੰਡ ਵਹਿਮ ਭਰਮ ਨੂੰ ਰੋਗ ਦੱਸਿਆ ਹੈ ਅਤੇ ਸਾਦੇ ਜੀਵਨ ਵਿੱਚ ਰਹਿਣ ਲਈ ਕਿਹਾ ਹੈ। ਉਹਨਾਂ ਨੇ ਜਾਤ-ਪਾਤ ਅਤੇ ਊਚ ਨੀਚ ਦਾ ਖੰਡਨ ਕਰਦੇ ਹੋਏ ਕਿਹਾ ਹੈ, ਨੀਚਤਾ ਸਾਡੇ ਕਰਮ ਵਿੱਚ ਹੈ, ਜਨਮ ਜਾਤ ਵਿੱਚ ਨਹੀਂ। ਸੰਤ ਜੀ ਨੇ ਉੱਚੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ, ਜਿਹੜੇ ਦਰਖਤ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਹਨ ਅਕਸਰ ਉਹੀ ਡਿੱਗਦੇ ਨੇ। ਜਦੋਂ ਸੰਤ ਜੀ ਲਗਭਗ 100 ਸਾਲ ਦੇ ਹੋ ਗਏ ਸਨ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੇਰੀ ਮੰਜ਼ਿਲ ਨਜ਼ਦੀਕ ਆ ਚੁੱਕੀ ਹੈ ਤੇ ਆਖਿਰ ਉਹ 1927 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਆਪ ਜੀ ਦੇ ਅੰਤਮ ਯਾਤਰਾ ਲਈ ਦੂਰੋਂ ਸੰਗਤ ਇਕੱਠੀ ਹੋਈ ਸੀ। ਉਹਨਾਂ ਦੇ ਸੰਸਕਾਰ ਤੋਂ ਪਹਿਲਾਂ ਸਾਰਿਆਂ ਨੂੰ ਸੰਗਤ ਦਰਸ਼ਨ ਕਰਵਾਏ ਗਏ। ਪਿੰਡ ਤੱਲਣ ਵਿੱਚ ਅੰਤਿਮ ਯਾਤਰਾ ਵੀ ਕੱਢੀ ਗਈ। ਆਖਰ ਸੂਰਜ ਅਸਤ ਹੋਣ ਤੋਂ ਪਹਿਲਾਂ ਬਦਾਮ, ਛੁਹਾਰੇ, ਗਿਰੀਆਂ, ਠੂਠੀਆਂ ਅਤੇ ਹੋਰ ਮੇਵਿਆਂ ਨਾਲ ਬਾਬਾ ਜੀ ਦੀ ਦੇਹ ਨੂੰ ਅਗਨ ਭੇਟ ਕਰ ਦਿੱਤਾ ਗਿਆ। ਉਹਨਾਂ ਨੇ ਪਹਿਲਾਂ ਹੀ ਪ੍ਰਵਚਨ ਕਰ ਦਿੱਤੇ ਸੀ ਕਿ ਮੇਰੇ ਪਰਮ ਧਾਮ ਜਾਣ ਤੇ ਕਿਸੇ ਨੇ ਹੰਝੂ ਨਹੀਂ ਵਹਾਉਣੇ ਤੇ ਮੇਰਾ ਅੰਤਿਮ ਸੰਸਕਾਰ ਬਾਬਾ ਨਿਹਾਲ ਸਿੰਘ ਜੀ ਦੀ ਸਮਾਧ ਦੇ ਪਾਸ ਕੀਤਾ ਜਾਵੇ। ਬਾਅਦ ਵਿੱਚ ਅਖੰਡ ਪਾਠ ਸਾਹਿਬ ਰੱਖ ਦਿੱਤਾ ਤੇ ਦੂਰੋਂ ਸੰਗਤਾਂ ਨੇ ਉਹਨਾਂ ਦੇ ਭੋਗ ਵਿੱਚ ਸ਼ਿਰਕਤ ਕੀਤੀ। ਰਸ ਭਿੰਨੀ ਕੀਰਤਨ ਤੇ ਆਯੋਜਨ ਕੀਤੇ ਗਏ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਬਾਬਾ ਜੀ ਦੀ ਬਰਸੀ ਹੁਣ ਵੀ ਸ਼ਹੀਦਾਂ ਦੀ ਜਗ੍ਹਾ ਤੇ ਮਾਘ ਮਹੀਨੇ ਵਿੱਚ ਮਨਾਈ ਜਾਂਦੀ ਹੈ। ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਤੇ ਗੁਰੂ ਕੇ ਲੰਗਰ ਅਟੁੱਟ ਵਰਤਦੇ ਹੈ। ਬਾਬਾ ਜੀ ਦੀ ਸਮਾਧ ਪਹਿਲਾਂ ਬਸ ਇੱਕ ਮਿੱਟੀ ਦੀ ਢੇਰੀ ਦੇ ਆਲੇ ਦੁਆਲੇ ਕੁਝ ਇੱਟਾਂ ਰੱਖੀਆਂ ਹੋਈਆਂ ਸੀ। ਫਿਰ ਭਾਈ ਰਤਨ ਸਿੰਘ ਜੀ ਨੇ ਪਹਿਲਾਂ ਫਰਸ਼ ਪੱਕਾ ਕਰਵਾਇਆ ਅਤੇ ਫਿਰ ਇੱਟਾਂ ਅਤੇ ਸੀਮਟ ਮੰਗਵਾ ਕੇ ਗੁੰਬਦਨੁਮਾ ਆਕਾਰ ਵਿੱਚ ਪੱਕੀਆਂ ਅਤੇ ਸੋਹਣੀਆਂ ਸਮਾਧਾਂ ਬਣਵਾ ਦਿੱਤੀਆਂ। ਪਹਿਲਾਂ ਇੱਥੇ ਦੋਹਾਂ ਸਮਾਧਾਂ ਵਿਚਾਲੇ ਇੱਕ ਛੋਟਾ ਨਿਸ਼ਾਨ ਸਾਹਿਬ ਹੁੰਦਾ ਸੀ। ਇੱਥੇ ਇੱਕ ਗਾਥਾ ਮਸ਼ਹੂਰ ਹੈ ਕਿ ਦਮੋਦਰਪੁਰ ਦੀ ਇੱਕ ਦੁਰਬਲ ਮਾਈ ਦਾ ਪੁੱਤਰ ਝੰਡਾ ਸਿੰਘ ਗਵਾਚ ਗਿਆ। ਕਿਤੇ ਵੀ ਉਗ ਸੁਗ ਨਾ ਮਿਲਣ ਤੇ ਉਸਨੇ ਇੱਥੇ ਅਰਦਾਸ ਕੀਤੀ, ਜੇ ਉਸਦਾ ਝੰਡਾ ਮੁੜ ਆਵੇ ਮੈਂ ਆਪ ਦੇ ਦਰ ਤੇ ਝੰਡਾ ਜਾਨੀ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰੂੰਗੀ। ਤੇ ਉਸਦਾ ਪੁੱਤਰ ਘਰੇ ਪਰਤ ਆਇਆ ਤੇ ਉਸਨੇ ਇੱਟਾਂ ਮੰਗਵਾ ਕੇ ਪੱਕਾ ਨਿਸ਼ਾਨ ਸਾਹਿਬ ਦਾ ਥੜਾ ਬਣਵਾਇਆ ਅਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਹੁਣ ਸ਼ਹੀਦਾਂ ਦੀ ਜਗ੍ਹਾ ਤੇ ਨਵੀਆਂ ਇਮਾਰਤਾਂ ਬਣਨ ਕਰਕੇ ਕਮੇਟੀ ਨੇ ਲੋਹੇ ਦਾ 70 ਫੁੱਟ ਉੱਚਾ ਨਿਸ਼ਾਨ ਸਾਹਿਬ ਸਮਾਧਾਂ ਦੇ ਪੱਛਮ ਵੱਲ ਆਲੀਸ਼ਾਨ ਥੜਾ ਬਣਵਾ ਕੇ ਲਹਿਰਾ ਦਿੱਤਾ। ਅਜੋਕੇ ਸਮੇਂ ਵਿੱਚ ਇਹ ਜਗ੍ਹਾ ਬਹੁਤ ਬਦਲ ਚੁੱਕੀ ਹੈ। ਇਹ ਰੂਹਾਨੀਅਤ ਜਗ੍ਹਾ ਹੁਣ ਦੂਰੋਂ ਹੀ ਖਿੱਚ ਦਾ ਕੇਂਦਰ ਬਣ ਚੁੱਕੀ ਹੈ। 4 ਇੱਟਾਂ ਦੀ ਇਹ ਸਮਾਧ ਵਾਲੀ ਜਗ੍ਹਾ ਅੱਜ ਦਿਲ ਖਿੱਚਵੀਂ ਜਗ੍ਹਾ ਬਣ ਚੁੱਕੀ ਹੈ, ਜਿਸ ਵਿੱਚ ਅਖੰਡ ਪਾਠ ਲਈ ਹਾਲ, ਕੀਰਤਨ ਤੇ ਸਤਸੰਗ ਕਰਨ ਲਈ ਦੀਵਾਨ ਹਾਲ, ਲੰਗਰ ਹਾਲ ਅਤੇ ਸਰੋਵਰ ਬੜੇ ਹੀ ਸੋਹਣੇ ਤੇ ਸੁਚੱਜੇ ਢੰਗ ਨਾਲ ਬਣ ਚੁੱਕੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 55 ਪਾਠਾਂ ਦੇ ਪ੍ਰਵਾਹ ਬੜੇ ਹੀ ਵੱਡੇ ਅਤੇ ਸੁਹਾਵਣੇ ਹਾਲ ਦੀ ਪਹਿਲੀ ਮੰਜ਼ਲ ਵਿੱਚ ਚੱਲਦਾ ਹੈ ਅਤੇ ਪਾਠੀ ਸਿੰਘਾਂ ਦੇ ਲਈ ਆਰਾਮ ਲਈ ਸੋਹਣੇ ਕਮਰਿਆਂ ਦਾ ਇੰਤਜ਼ਾਮ ਹੈ। ਸ਼ਰਧਾਲੂ ਇੱਥੇ ਵਿਦੇਸ਼ ਯਾਤਰਾ ਲਈ ਖਿਡੌਣੇ ਅਤੇ ਹਵਾਈ ਜਹਾਜ਼ ਦੇ ਖਿਡੌਣੇ ਚੜ੍ਹਾਉਂਦੇ ਹਨ ਅਤੇ ਅਰਦਾਸ ਕਰਵਾਉਂਦੇ ਹਨ। ਇੱਥੇ ਜੋ ਵੀ ਖਿਡੌਣੇ ਚੜ੍ਹਾਏ ਜਾਂਦੇ ਹਨ ਉਹਨਾਂ ਨੂੰ ਸੰਗਤ ਵਿੱਚ ਆਏ ਛੋਟੇ ਬੱਚਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਇੱਥੇ ਸਾਲਾਨਾ ਹਾੜ ਦੇ ਜੇਠੇ ਐਤਵਾਰ ਭਾਵ ਜੂਨ ਮਹੀਨੇ ਦੇ ਜੇਠੇ ਐਤਵਾਰ ਨੂੰ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ, ਜਿੱਥੇ 3 ਦਿਨ ਅਖੰਡ ਪਾਠ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਹਨ। ਮੇਲੇ ਵਾਲੇ ਦਿਨ ਭੋਗ ਉਪਰੰਤ ਮੰਨੇ ਪ੍ਰਮੰਨੇ ਕੀਰਤਨੀਏ, ਢਾਡੀ ਜਥੇ, ਵਿਦਵਾਨ ਆਦਿ ਸੰਗਤਾਂ ਨੂੰ ਸਾਰਾ ਦਿਨ ਨਿਹਾਲ ਕਰਦੇ ਨੇ। ਸਾਰੇ ਪਿੰਡ ਦੇ ਆਲੇ ਦੁਆਲੇ ਬਹੁਤ ਸਾਰੇ ਪਿੰਡਾਂ ਦੇ ਸ਼ਰਧਾਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਭਾਂਤ-ਭਾਂਤ ਦੇ ਲੰਗਰ ਲਗਾਏ ਜਾਂਦੇ ਹਨ। ਇੱਥੇ ਮੇਲੇ ਤੋਂ 2-3 ਹਫ਼ਤੇ ਪਹਿਲਾਂ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ ਦੇ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਹਨ। ਮੇਲੇ ਵਾਲੇ ਦਿਨ ਐਤਵਾਰ ਨੂੰ ਵੱਡੀ ਰਕਮ ਵਿੱਚ ਇਨਾਮ ਵੰਡੇ ਜਾਂਦੇ ਹਨ ਤੇ ਰਾਤ ਨੂੰ ਕੁਸ਼ਤੀ ਦੇ ਮੁਕਾਬਲੇ ਵੀ ਹੁੰਦੇ ਹਨ। ਪੰਜਾਬ ਸਰਕਾਰ ਦੁਆਰਾ ਚੁਣੀ ਕਮੇਟੀ ਨੇ ਪਿੰਡ ਦੇ ਸੁਧਾਰ ਅਤੇ ਸਰਵ ਕਲਿਆਣ ਲਈ ਪਿੰਡ ਵਿੱਚ ਹਸਪੀਟਲ, ਸਿਲਾਈ ਸੈਂਟਰ, ਜਿਮ, ਸੋਲਰ ਉਸਾਰੀ ਅਤੇ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਪੱਕੀਆਂ ਕਰਨੀਆਂ ਤੇ ਪਿੰਡ ਵਿੱਚ
ਇੰਟਰਲੋਕਿੰਗ ਟਾਇਲਸ ਲਾਉਣ ਦੇ ਕਾਰਜ ਕੀਤੇ ਹਨ। ਤੇ ਇਹ ਸੀ ਸਾਡੀ ਅੱਜ ਦੀ ਕੋਸ਼ਿਸ਼ ਤੁਹਾਨੂੰ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਗੁਰਦੁਆਰਾ ਤੱਲਣ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਨੂੰ ਇਸ ਮਹਾਨ ਇਤਿਹਾਸਿਕ ਜਗ੍ਹਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਮਹਾਂਪੁਰਸ਼ਾਂ ਦਾ ਇਤਿਹਾਸ ਬੋਲਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜੀ। ਦਾਸ ਖੇਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।